ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹੀ ਇੱਥੇ ਪਹੁੰਚੇ ਪੱਤਰਕਾਰ ਵੀਰਾਂ ਦਾ, ਡਿਜੀਟਲ ਮੀਡੀਆ ਤੋਂ ਜਿੰਨੇ ਵੀ ਸੱਜਣ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅੱਜ ਆਪਣਾ ਸਮਾਂ ਕੱਢ ਕੇ ਅੱਜ ਇਸ ਪ੍ਰੈਸ ਕਾਨਫਰੰਸ 'ਤੇ ਪਹੁੰਚੇ ਆ। ਇਸ ਤੋਂ ਅੱਗੇ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਨੂੰ ਆਦੇਸ਼ ਗਰੁੱਪ ਦੇ ਬਾਰੇ ਬਰੀਫ ਕਰਨਾ ਚਾਹੁੰਦਾ। ਆਦੇਸ਼ ਗਰੁੱਪ ਇਸਟੈਬਲਿਸ਼ ਹੋਇਆ ਸੀ 1989 ਦੇ ਵਿੱਚ ਅੰਡਰ ਦੀ ਲੀਡਰਸ਼ਿਪ ਆਫ ਡਾਕਟਰ HS ਗਿੱਲ, ਚਾਂਸਲਰ ਆਦੇਸ਼ ਗਰੁੱਪ ਅਤੇ ਚੇਅਰਮੈਨ ਆਦੇਸ਼ ਯੂਨੀਵਰਸਿਟੀ। ਅੱਜ ਟੋਟਲ ਆਦੇਸ਼ ਗਰੁੱਪ ਦੀਆਂ 18 ਸੰਸਥਾਵਾਂ ਹਨ, ਜਿਹਦੇ ਵਿੱਚ ਇੱਕ ਮੈਡੀਕਲ ਯੂਨੀਵਰਸਿਟੀ ਆ, ਬਠਿੰਡੇ ਮੈਡੀਕਲ ਯੂਨੀਵਰਸਿਟੀ ਹੈ। ਲੇਟੈਸਟ ਉਪਰਾਲਾ ਜਿਹੜਾ ਆਦੇਸ਼ ਗਰੁੱਪ ਦਾ ਸੀ ਉਹ ਸੀ ਅੰਬਾਲਾ ਮੈਡੀਕਲ ਕਾਲਜ, ਜੋ ਤੁਸੀਂ ਦਿੱਲੀ ਹਾਈਵੇ 'ਤੇ ਜਾਂਦੇ ਹੋ, ਤੁਸੀਂ ਵੇਖਿਆ ਹੋਣਾ ਆਦੇਸ਼ ਮੈਡੀਕਲ ਕਾਲਜ ਸ਼ਾਹਬਾਦ ਕੋਲ ਆਉਂਦਾ। ਉਸ ਤੋਂ ਬਾਅਦ ਉਹਨਾਂ ਦੀ ਰਹਿਨੁਮਾਈ ਹੇਠ, ਡਾਕਟਰ ਗਿੱਲ ਦੀ ਰਹਿਨੁਮਾਈ ਹੇਠ ਅੱਜ ਕੋਰ ਟੀਮ ਆਫ ਆਦੇਸ਼ ਵੀ ਆਰ ਹੇਅਰ। ਮੈਂ ਗੁਰਫਤਿਹ ਸਿੰਘ ਗਿੱਲ, ਡਾਇਰੈਕਟਰ ਟੈਕਨੀਕਲ ਆਦੇਸ਼ ਗਰੁੱਪ, ਡਾਇਰੈਕਟਰ ਓਵਰਸੀਜ਼ ਆਪਰੇਸ਼ਨਸ ਆਦੇਸ਼ ਗਰੁੱਪ। ਮੇਰੇ ਨਾਲ ਡਾਕਟਰ ਗੁਣਤਾਜ ਸਿੰਘ ਗਿੱਲ, ਡਾਇਰੈਕਟਰ ਆਦੇਸ਼ ਅੰਬਾਲਾ ਕੈਂਪਸ। ਇਹ ਡਾਕਟਰ ਸੀਰਤ ਕੌਰ ਗਿੱਲ, ਮੇਨ ਮੈਂਬਰ ਆਫ ਦੀ ਆਦੇਸ਼ ਵੈਲਫੇਅਰ ਸੁਸਾਇਟੀ। ਪ੍ਰਦੀਪ ਸਿੰਘ CEO ਆਫ ਗਲੋਬਲ ਡਿਵੈਲਪਮੈਂਟ ਆਫ ਆਦੇਸ਼ ਗਰੁੱਪ। ਸੋ ਗਿੱਲ ਸਾਹਿਬ ਦੀ ਰਹਿਨੁਮਾਈ ਹੇਠ ਅਸੀਂ ਇਸ ਆਦੇਸ਼ ਗਰੁੱਪ ਨੂੰ ਫੋਰਨ ਸ਼ੋਜ਼ ਦੇ ਵਿੱਚ ਲੈ ਕੇ ਗਏ ਹਾਂ। ਉੱਥੇ ਮੈਂ ਪਿਛਲੇ 15 ਮਹੀਨਿਆਂ ਤੋਂ ਆਈ ਵਾਜ਼ ਇਨ ਕੈਨੇਡਾ। ਉੱਥੇ ਕਾਲਜ ਇਸਟੈਬਲਿਸ਼ ਕੀਤਾ ਬਾਏ ਦਾ ਨੇਮ ਆਫ ਐਵਰਗ੍ਰੀਨ ਵੈਸਟ ਕਾਲਜ, ਜਿਹੜਾ ਕਿ ਟੋਟਲ ਇਟਸ ਅ ਪ੍ਰਾਈਵੇਟ ਕੈਰੀਅਰ ਕਾਲਜ। ਇਟਸ ਬੇਸਡ ਇਨ ਮਿਸੀਸਾਗਾ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੈਗਾ। ਟੋਟਲ 13 ਕੋਰਸਿਸ ਹੈਗੇ ਆ ਉਹਦੇ ਵਿੱਚ, ਮਿਕਸ ਆਫ ਹੌਸਪਿਟੈਲਿਟੀ, ਬਿਜ਼ਨਸ, IT, ਮੈਨੇਜਮੈਂਟ ਐਂਡ ਗੋਟ ਅ DLI ਲਾਇਸੈਂਸ ਹੁੰਦਾ ਟੂ ਐਨਰੋਲ ਦੀ ਇੰਟਰਨੈਸ਼ਨਲ ਸਟੂਡੈਂਟਸ। ਇਟਸ ਅ ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਟ ਆਫ ਮਿਨਿਸਟਰੀ ਆਫ ਇੰਟੈਰੀਓ। ਉਸ ਆਧਾਰ ਉਹਨਾਂ ਦੀ ਰਹਿਨੁਮਾਈ ਹੇਠ ਇੰਸਪੈਕਸ਼ਨਸ ਸਾਰੀਆਂ ਪ੍ਰੋਪਰ ਹੋਈਆਂ ਅਤੇ ਵੀ ਗੋਟ ਦਾ ਅਪਰੂਵਲ ਐਂਡ ਉਹਦੀ ਆਪਾਂ 15 ਜਨਵਰੀ ਤੋਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰਨੀਆਂ ਹਨ। ਸੋ ਇੱਕ ਬੜਾ ਵੱਡਾ ਕੁਐਸਚਨ ਆਉਂਦਾ ਸਾਰਿਆਂ ਦੇ ਮਨ ਵਿੱਚ ਵੀ ਪ੍ਰਾਈਵੇਟ ਕੈਰੀਅਰ ਕਾਲਜ ਅਤੇ ਪਬਲਿਕ ਕਾਲਜ ਦੇ ਵਿੱਚ ਆਪਾਂ ਕੀ ਫ਼ਰਕ ਸਮਝਦੇ ਹਾਂ। ਪਬਲਿਕ ਕਾਲਜਿਸ ਹੁੰਦੇ ਆ ਕੈਨੇਡਾ ਦੇ ਵਿੱਚ ਹੈਗੇ ਆ, ਆਪਾਂ ਵੇਖੀ ਆ ਆਮ ਸਟੂਡੈਂਟ ਬਹੁਤ ਜਾ ਰਹੇ ਆ। ਸੋ ਪ੍ਰਾਈਵੇਟ ਕਾਲਜ ਦੇ ਕੁਛ ਮੈਂ ਫੀਚਰਸ ਮੈਂ ਦੱਸੂੰਗਾ ਜਿਹੜੇ ਕਿ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹੂੰਗਾ। ਸਾਰਿਆਂ ਨਾਲੋਂ ਪਹਿਲਾਂ ਤਾਂ ਇੱਕ ਅਫੋਰਡੇਬਲ ਫੀਸ ਸਟਰਕਚਰ। ਪਬਲਿਕ ਕਾਲਜਿਸ ਜੇ ਬੱਚਾ ਜਾਂਦਾ 18 ਤੋਂ $20,000 ਤੋਂ ਘੱਟ ਕੋਈ ਫੀਸ ਸਟਰਕਚਰ ਨਹੀਂ ਹੈ। ਪ੍ਰਾਈਵੇਟ ਕਾਲਜ ਦਾ ਫੀਸ ਸਟਰਕਚਰ ਰੇਂਜ ਫਰੋਮ 10 to 12,000 ਕੈਨੇਡੀਅਨ ਡਾਲਰ। ਉਸ ਤੋਂ ਬਾਅਦ ਆ ਜਾਂਦਾ ਫਲੈਕਸੀਬਲ ਟਾਈਮਿੰਗ ਆਫ ਕਲਾਸਿਸ। ਹਰ ਬੱਚੇ ਨੇ ਜਿਹੜਾ ਉੱਥੇ ਜਾਂਦਾ ਉਹਨੇ ਕੰਮ ਵੀ ਕਰਨਾ, ਉਹਨੂੰ ਇੱਕ ਫਲੈਕਸੀਬਿਲਿਟੀ ਮਿਲ ਜਾਂਦੀ ਹੈ। ਕੋਈ ਕਲਾਸ ਸ਼ਾਮ ਨੂੰ ਲੱਗ ਰਹੀ ਹੈ, ਕੋਈ ਵੀਕਐਂਡ 'ਤੇ ਲੱਗ ਰਹੀ ਹੈ, ਐਜ਼ ਪਰ ਦੀ ਕਨਵੀਨੀਅੰਸ ਆਫ ਸਟੂਡੈਂਟਸ ਵੀ ਕੈਨ ਟੇਕ ਦਾ ਕਲਾਸਿਸ। ਫਿਰ ਆ ਜਾਂਦਾ ਮੰਥਲੀ ਇਨਟੇਕ। ਪਬਲਿਕ ਕਾਲਜ ਵਿੱਚ 3 ਇਨਟੇਕਸ ਹੁੰਦੀਆਂ ਜੀ, ਆਪਾਂ ਸਪਰਿੰਗ, ਵਿੰਟਰ ਐਂਡ ਫਾਲ ਕਹਿ ਦਿੰਦੇ ਹਾਂ, ਪਰ ਇਹਦੇ ਵਿੱਚ ਯੂ ਕੈਨ ਮੰਥਲੀ ਇਨਟੇਕ ਹੋਊਗੀ। ਫਿਰ ਆ ਜਾਂਦਾ ਡਾਇਰੈਕਟ ਐਡਮਿਸ਼ਨ ਟੂ ਮੇਜਰਸ। ਜੇ ਤੁਸੀਂ ਇਹ ਸਕਿਲਡ ਬੇਸ ਕੋਰਸਿਸ ਆ ਸਾਰੇ, ਇਹਦੇ ਵਿੱਚ ਤੁਸੀਂ ਕਰੋਗੇ ਤਾਂ ਤੁਹਾਨੂੰ ਉੱਥੇ ਪਬਲਿਕ ਕਾਲਜ ਵਿੱਚ ਡਾਇਰੈਕਟ ਐਡਮਿਸ਼ਨ ਦੇ ਚਾਂਸਿਸ ਜ਼ਿਆਦਾ ਹੋ ਜਾਂਦੇ ਆ। ਆਲਰੇਡੀ ਤੁਸੀਂ ਇਨ ਹਾਊਸ ਹੋ, ਕੈਨੇਡਾ ਦੇ ਵਿੱਚ ਹੋ, ਤੁਸੀਂ ਉੱਥੇ ਹੋਣ ਦੇ ਨਾਲ ਉਸ ਦੀ ਓਪਰਚੁਨਿਟੀਜ਼ ਅਤੇ ਉਹਦੇ ਚਾਂਸਿਸ ਜ਼ਿਆਦਾ ਵੱਧ ਜਾਂਦੇ ਆ। ਸਾਰੇ ਕੋਰਸਿਸ 1 ਸਾਲ ਤੋਂ ਲੈ ਕੇ 2 ਸਾਲ ਤੱਕ ਹੈ। ਉਹਨਾਂ 'ਚੋਂ ਸਾਲ ਦੀ ਇੰਟਰਨਸ਼ਿਪ ਹੈਗੀ ਹੈ, ਸਾਲ ਦੇ ਕੋਰਸਿਸ ਹੈ। ਸੋ ਕੰਪਲੀਸ਼ਨ ਟਾਈਮ ਘੱਟ ਹੈ। ਸੋ ਇਹ ਜਿਹੜੇ ਫੀਚਰਸ ਹੈਗੇ ਆ ਪ੍ਰਾਈਵੇਟ ਕੈਰੀਅਰ ਕਾਲਜਿਸ ਦੇ ਹੁੰਦੇ ਆ। ਫਿਰ ਆਪਾਂ ਹਰ ਕੋਈ ਕਰਦਾ ਗੱਲ ਵੀ ਕੈਨੇਡਾ ਕਿਉਂ। ਦੇਖੋ ਮਾਈਗ੍ਰੇਸ਼ਨ ਇਹ ਨਹੀਂ ਵੀ ਸਿਰਫ ਆਪਾਂ ਉੱਥੇ ਗਏ ਤਾਂ ਪੈਸੇ ਕਮਾਉਣ ਜਾ ਰਹੇ ਹਾਂ। ਮਾਈਗ੍ਰੇਸ਼ਨ ਵੈਸੇ ਹੀ ਇੱਕ ਮੈਂਟਲ ਗਰੋਥ ਓਪਰਚੁਨਿਟੀਜ਼, ਗਲੋਬਲ ਵਰਲਡ ਹੈ। ਬੱਚਾ ਉੱਥੋਂ ਦੀਆਂ ਵਰਲਡ ਨੇਸ਼ਨਸ ਦੀਆਂ ਐਜੂਕੇਸ਼ਨ ਸਿਸਟਮ ਨੂੰ ਸਮਝ ਕੇ ਦੇ ਕੈਨ ਕਮ ਐਂਡ ਆਪਣੇ ਮੁਲਕ ਵਿੱਚ ਆ ਕੇ ਉਸ ਨੂੰ ਆਪਾਂ ਇੰਪਲੀਫਾਈ ਕਰ ਸਕਦੇ ਹਾਂ। ਸੋ ਗਲੋਬਲਾਈਜੇਸ਼ਨ ਦਾ ਇਹ ਫਾਇਦਾ ਤਾਂ ਬਹੁਤ ਵੱਡਾ ਹੈਗਾ। ਅਤੇ ਕੈਨੇਡਾ ਉਸ ਦੇ ਬੈਟ ਵਿੱਚ ਆਈ ਥਿੰਕ ਮੈਂ ਵੀ ਹੁਣ 15 ਕੁ ਮਹੀਨੇ ਉੱਥੇ ਹੀ ਸੀਗਾ। ਵਾਟ ਆਈ ਹੈਵ ਨੋਟਿਸਡ ਦ ਮੋਸਟ ਸਟੇਬਲ ਇਮੀਗ੍ਰੇਸ਼ਨ ਪੋਲਿਸੀ ਅਤੇ ਮੋਸਟ ਸੇਫੈਸਟ ਕੰਟਰੀ ਇਜ਼ ਕੈਨੇਡਾ। ਕੋਈ ਤੁਹਾਨੂੰ ਇਹ ਨਹੀਂ ਹੋਊਗਾ ਵੀ ਅੱਜ ਇਮੀਗ੍ਰੇਸ਼ਨ ਪੋਲਿਸੀ ਆ ਆਈ ਹੈ ਅਤੇ ਤੁਹਾਨੂੰ 5 ਮਹੀਨੇ ਬਾਅਦ ਹਾਂਜੀ ਨਹੀਂ ਇਸ ਤਰ੍ਹਾਂ ਨਹੀਂ। ਬਹੁਤ ਸਿਸਟਮੈਟਿਕ ਹੈ, ਰੈਂਕ ਮੈਰਿਟ ਪੁਆਇੰਟ ਬੇਸ ਸਿਸਟਮ 'ਤੇ ਹੁੰਦਾ। ਇਫ ਯੂ ਗੋਟ ਦਾ ਸਿਸਟਮ ਪੁਆਇੰਟ ਤੁਹਾਡੇ ਕੋਲ ਹੈਗਾ, ਯੂ ਕੀਪ ਔਨ, ਹਰ ਸਟੇਜ ਤੁਹਾਨੂੰ ਕਲੀਅਰ ਹੋਈ ਜਾਂਦੀ ਹੈ। ਉਹਦੇ 'ਚ ਕੋਈ ਅਨਸਰਟਨਟੀ ਹੈ ਨਹੀਂ ਕੋਈ। ਫਿਰ ਆ ਜਾਂਦਾ ਡਾਇਵਰਸਿਟੀ। ਦ ਕੰਟਰੀ, ਦ ਮੋਸਟ ਡਾਇਵਰਸ ਕੰਟਰੀ ਵਰਲਡ ਤੋਂ, ਹਰ ਤਰ੍ਹਾਂ ਦਾ ਉੱਥੇ ਇਮੀਗਰੈਂਟ ਬੈਠਾ ਹੈ, ਮਿਡਲ ਈਸਟ ਤੋਂ, ਯੂਰਪ ਤੋਂ, ਆਸਟ੍ਰੇਲੀਆ ਤੋਂ। ਸੋ ਵਾਟ ਦੇ ਥਿੰਕ, ਹਰ ਕਿਸੇ ਨੂੰ ਪਤਾ ਵੀ ਬੀਇੰਗ ਇਮੀਗਰੈਂਟ ਦੂਜੇ ਮੁਲਕ ਵਿੱਚ ਆਪਾਂ ਕਿਵੇਂ ਬਿਹੇਵ ਕਰਨਾ ਹੈ।
ਸੋ ਦੇ ਨੋ ਦੈਟ ਉਹ 'ਚ ਹਰ ਕਿਸੇ ਦੀ ਰਿਸਪੈਕਟ ਬਣ ਜਾਂਦੀ। ਉਹ ਕਹਿੰਦੇ ਨਹੀਂ ਯਾਰ ਮੈਂ ਵੀ ਇਮੀਗ੍ਰੈਂਟ ਹੈ, ਇਹ ਵੀ ਇਮੀਗ੍ਰੈਂਟ ਹੈ, ਦੇ ਰਿਸਪੈਕਟ ਈਚ ਅਦਰ। ਸੋ ਇਸ ਤਰ੍ਹਾਂ ਦਾ ਕੋਈ ਰੇਸ਼ੀਅਲ ਅਬਿਊਜ਼ ਉੱਥੇ ਬਹੁਤ ਘੱਟ ਹੈ। ਦੇਖੋ ਕੁਛ ਕਹਿ ਲਓ ਤੁਸੀਂ 1-2% ਤਾਂ ਹਰ ਥਾਂ 'ਤੇ ਕਮੀਆਂ ਹੁੰਦੀਆਂ ਹੀ ਆ, ਪਰ ਰੇਸ਼ੀਅਲ ਅਬਿਊਜ਼ ਦੀ ਨਾਂ ਦੀ ਕੋਈ ਚੀਜ਼ ਹੈ ਨਹੀਂ। ਲਾਈਫ ਸਟਾਈਲ ਬਹੁਤ ਵਧੀਆ, ਵੈਦਰ ਆਪਣੀ ਥਾਂ 'ਤੇ ਬਹੁਤ ਵਧੀਆ। ਮੇਨ ਤਾਂ ਓਪਰਚੁਨਿਟੀਜ਼, ਜਿਹੜਾ ਬੱਚਾ ਉੱਥੇ ਮਿਹਨਤ ਕਰਨ ਵਾਲਾ ਉਹ ਜਾਂਦਾ ਉੱਥੇ, ਉਹਨੂੰ ਇਹ ਨਹੀਂ ਕੋਈ ਦੂਜੀ ਟਾਈਮ ਸੋਚਣਾ ਪਊਗਾ, ਉਹਨੂੰ ਆਟੋਮੈਟਿਕਲੀ ਉੱਥੇ ਜੋਬ ਮਿਲਦੀ ਹੀ ਮਿਲਦੀ ਹੈ। ਇੰਨੀਆਂ ਓਪਰਚੁਨਿਟੀਜ਼ ਹੈ। ਪਰ ਅੱਜ ਦਾ ਜਿਹੜਾ ਵਿਸ਼ਾ ਆਪਣਾ ਉਹ ਹੈ ਵੀ ਹੁਣ ਆਦੇਸ਼ ਗਰੁੱਪ, ਆਦੇਸ਼ ਕੈਨੇਡਾ ਕੈਂਪਸ ਬਣਾ ਰਿਹਾ। ਐਵਰਗ੍ਰੀਨ ਵੈਸਟ ਕਾਲਜ ਮਿਸੀਸਾਗਾ ਦੇ ਵਿੱਚ ਕੈਂਪਸ ਹੋਊਗਾ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੈਂਪਸ ਹੋਊਗਾ। ਇਸ ਹੁਣ ਕੈਂਪਸ ਦੀ ਦੂਜੀ ਇੱਕ ਅਚੀਵਮੈਂਟ ਕਹਿ ਲਓ ਤੁਸੀਂ ਵੀ ਸੀ, ਮੇਨ ਮੈਨੇਜਮੈਂਟ ਆਪ ਉੱਥੇ ਬੈਠੀ ਹੈ ਇਸ ਕਾਲਜ ਨੂੰ ਰਨ ਕਰਨ ਵਾਸਤੇ। ਇਹ ਕੋਈ ਆਟੋ ਮੋਡ 'ਤੇ ਨਹੀਂ ਲੱਗਣਾ। ਸੋ ਆਈ ਵਿਲ ਬੀ ਦੇਅਰ ਪਰਸਨਲੀ ਓਵਰ ਦੇਅਰ, ਮੈਂ ਆਉਂਦਾ ਜਾਂਦਾ ਰਹੂੰਗਾ, ਬਟ ਮੇਰਾ ਜ਼ਿਆਦਾ ਟਾਈਮ ਉੱਥੇ ਹੀ ਰਹੂਗਾ। ਉਸ ਤੋਂ ਬਾਅਦ ਹਰ ਆਦੇਸ਼ ਦੇ ਆਫਿਸ ਦੇ ਵਿੱਚ ਅੰਬਾਲੇ, ਬਠਿੰਡੇ, ਮੁਕਤਸਰ ਇੱਕ ਡਾਇਰੈਕਟ ਆਫਿਸ ਹੋਊਗਾ, ਜਿਹਦੇ ਵਿੱਚ ਏਜੰਟ ਵਾਲਾ ਜਿਹੜਾ ਕੰਮ ਹੋਊਗਾ, ਏਜੰਟ ਥਰੂ ਸਾਰੀ ਮਾਰਕੀਟ ਮੂਵ ਕਰਦੀ ਹੈ। ਬਟ ਵੀ ਆਰ ਹੇਅਰ ਐਜ਼ ਅ ਡਾਇਰੈਕਟ ਰਿਪਰੈਜ਼ੈਂਟੇਟਿਵ ਆਫ ਦੀ ਕਾਲਜ। 34 ਸੈਕਟਰ ਦੇ ਵਿੱਚ ਅਸੀਂ ਕਾਰਪੋਰੇਟ ਆਫਿਸ ਇਹਦਾ ਖੋਲ੍ਹ ਰਹੇ ਹਾਂ। ਆਲਰੇਡੀ ਫਾਈਨਲ ਸਟੇਜ 'ਤੇ ਐਕਚੁਅਲੀ ਫੰਕਸ਼ਨਲ ਵਿਦਿਨ ਅ ਵੀਕ। ਉੱਥੋਂ ਐਪਲੀਕੇਸ਼ਨ ਮੂਵ ਹੋਊਗੀ ਹਰ ਆਦੇਸ਼ ਕੈਂਪਸ 'ਚ ਇੱਕ ਆਪਾਂ ਆਫਿਸ ਰੱਖਿਆ ਇਸ ਦਾ, ਵੀ ਡਾਇਰੈਕਟ ਤੁਹਾਡੀ ਕਾਲਜ ਰਿਪਰੈਜ਼ੈਂਟੇਟਿਵ ਨਾਲ ਗੱਲ ਹੋਊਗੀ ਹਰ ਬੱਚੇ ਦੀ। ਕੋਈ ਏਜੰਟ ਵਾਲਾ ਵਿੱਚ ਵਾਲਾ ਜਿਹੜੀ ਵਾਲ ਹੋਊਗੀ ਉਹ ਨਹੀਂ ਹੋਊਗੀ। DLI ਲਾਇਸੈਂਸ ਕਾਲਜ ਕੋਲ ਹੈਗਾ। ਟੋਟਲ 13 ਕੋਰਸਿਸ ਹੈਗੇ ਆ। ਉਹਦੇ 'ਚ ਮਿਕਸ ਆਫ IT, ਹੌਸਪੀਟੈਲਿਟੀ, ਕਮਿਊਨਿਟੀ ਸਰਵਿਸਿਜ਼। ਦੇਖੋ ਕੋਰਸਿਸ ਆ, ਦੇਖੋ ਜਿਵੇਂ ਕਮਿਊਨਿਟੀ ਸਰਵਿਸ ਵਰਕਰ, ਇਹ ਕੋਰਸ ਜੇ ਤੁਸੀਂ ਕਰਦੇ ਹੋ ਤਾਂ ਰੀਸੈਂਟਲੀ ਤੁਸੀਂ ਵੇਖਿਆ ਹੋਣਾ 90,000 ਟੈਂਪਰੇਰੀ ਰੈਜ਼ੀਡੈਂਟਸ ਨੂੰ PR ਦਿੱਤੀ ਹੈ ਕੈਨੇਡਾ ਨੇ। ਉਹਦੇ ਇਹੀ ਸੀ ਜਿਹੜੇ PSW ਹੈ, ਜਿਵੇਂ ਪਬਲਿਕ ਪਰਸਨਲ ਸਪੋਰਟ ਵਰਕਰ। ਇਸ ਕੋਰਸਿਸ ਨੂੰ ਕਮਿਊਨਿਟੀ ਸਰਵਿਸ ਵਰਕਰ ਨੂੰ ਵੀ ਡਾਇਰੈਕਟ PR ਇਮੀਡੀਏਟਲੀ ਮਿਲਦੀ ਹੈ, ਕਿਉਂਕਿ ਉੱਥੇ ਇਹਨਾਂ ਦੀ ਬਹੁਤ ਡਿਮਾਂਡ ਹੈ। ਹੈਲਥ ਕੇਅਰ ਰਿਲੇਟਡ ਆ ਗਈ ਨਾ, ਕਮਿਊਨਿਟੀ ਸਰਵਿਸ, ਓਲਡ ਏਜ ਹੋਮਸ ਬਹੁਤ ਜ਼ਿਆਦਾ ਉੱਥੇ ਫਿਰ ਉਹ ਸਟਾਫ ਬਹੁਤ ਚਾਹੀਦਾ ਉਹਨਾਂ ਨੂੰ। ਸੋ ਇਹ ਸਾਰੇ ਹੀ ਸਕਿੱਲ ਬੇਸਡ ਕੋਰਸਿਸ ਆ ਜਿਹੜੇ ਕਿ ਤੁਹਾਨੂੰ ਇਮੀਡੀਏਟਲੀ PR ਲੈ ਕੇ ਹੀ ਜਾਣਗੇ। ਸੋ ਮੈਂ ਹੁਣ ਇਹਨਾਂ ਗੱਲਾਂ ਨਾਲ ਆਪਣਾ ਇਹ ਮੈਂ ਇੱਥੇ ਕਰੂੰਗਾ ਖ਼ਤਮ। ਵੀ ਬਾਕੀ ਤੁਸੀਂ ਜੋ ਵੀ ਤੁਹਾਡੇ ਕੋਈ ਕੁਐਸਚਨ ਹੋਣਗੇ ਸਿਰ ਮੱਥੇ, ਬਾਕੀ ਤੁਹਾਡੀ ਬਹੁਤ ਸਪੋਰਟ ਚਾਹੂੰਗਾ ਵੀ ਇਸ ਉਪਰਾਲੇ ਨੂੰ ਪ੍ਰੋਪਰਲੀ ਕਵਰੇਜ ਮਿਲ ਜੇ ਤਾਂ ਇੱਕ ਬਹੁਤ ਵੱਡਾ ਸਪੋਰਟ ਹੋ ਜੂਗੀ ਕੈਂਪਸ ਨੂੰ ਵੀ, ਆਦੇਸ਼ ਗਰੁੱਪ ਨੂੰ ਵੀ, ਅਤੇ ਡਾਇਰੈਕਟ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਸੀਂ ਉੱਥੇ ਰਿਕਰੂਟ ਕਰਾਂਗੇ ਅਤੇ ਬੱਚਿਆਂ ਨੂੰ ਵੀ ਉਹ ਓਪਰਚੁਨਿਟੀ ਮਿਲੂਗੀ। ਸਾਡੇ ਆਪ ਦੇ ਇੱਥੇ ਕੈਂਪਸਿਸ ਸਾਰੇ ਰਨਿੰਗ ਹੈਗੇ ਆ, ਫਰੋਮ 1989 ਚੱਲ ਰਹੇ ਆ। ਤੋ ਇੰਨੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਕਵਰੇਜ ਨੂੰ ਵੱਧ ਤੋਂ ਵੱਧ ਤੁਸੀਂ ਅੱਛੀ ਤਰ੍ਹਾਂ ਪਬਲਿਕ ਪੇਸ਼ ਕਰੋ। ਹਾਂਜੀ, ਇਹ 1989 ਮੁਕਤਸਰ ਤੋਂ ਸ਼ੁਰੂ ਹੋਇਆ ਸੀ ਐਜ਼ ਅ ਹੌਸਪੀਟਲ ਜੀ। ਫਿਰ ਨਰਸਿੰਗ ਹੋਮ ਬਣਿਆ, ਫਾਰਮੇਸੀ ਕਾਲਜ ਬਣਿਆ ਸੀ 91 'ਚ ਜੀ। ਫਿਰ 93 ਦੂਜਾ ਫਾਰਮੇਸੀ ਕਾਲਜ। ਫਿਰ 97 ਫਸਟ ਪ੍ਰਾਈਵੇਟ ਕਾਲਜ ਆਫ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਆਫ ਪੰਜਾਬ ਜੀ, ਉਹ ਫਰੀਦਕੋਟ ਬਣਿਆ ਸੀ। ਫਿਰ 2002 'ਚ ਮੁਕਤਸਰ ਇੰਜੀਨੀਅਰਿੰਗ ਕਾਲਜ ਸੀ। ਫਿਰ ਆਦੇਸ਼ ਯੂਨੀਵਰਸਿਟੀ 2005 'ਚ ਮੈਡੀਕਲ ਕਾਲਜ ਬਣਿਆ ਜੀ, ਜਿਹੜਾ ਹੁਣ ਆਦੇਸ਼ ਯੂਨੀਵਰਸਿਟੀ ਹੈ। ਸੋ ਇਟਸ ਅ ਫੈਮਿਲੀ ਰਨ ਟਰਸਟ ਜੀ। ਵੀ ਆਰ 3 ਬ੍ਰਦਰਸ। ਮੇਰੇ ਤੋਂ ਵੱਡੇ ਆ ਉਹ ਬਠਿੰਡਾ ਵੇਖਦੇ ਆ ਸਾਰਾ ਜੀ। ਆਈ ਐਮ ਦਾ ਮਿਡਲ ਵਨ, ਇਹ ਮੇਰੇ ਤੋਂ ਛੋਟੇ ਆ ਜੀ। ਅਤੇ ਫਸਟ ਬੈਚ May 2023 ਵਿੱਚ ਹੋਊਗੀ। 15 ਜੈਨ ਤੋਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਾਂਗੇ ਅਸੀਂ। ਔਨਲਾਈਨ ਕਰਾਂਗੇ ਐਪਲੀਕੇਸ਼ਨਸ, ਅਤੇ ਉੱਥੇ ਜੇ ਕਿਸੇ ਨੇ ਆਪਣਾ ਕੋਈ ਰਿਪਰੈਜ਼ੈਂਟੇਟਿਵ ਹੋ ਉੱਥੇ ਵਿਜ਼ਿਟ ਕਰਾਉਣਾ ਕੈਂਪਸ ਤਾਂ ਦੇ ਕੈਨ ਮੋਸਟਲੀ ਆਈ ਵਿਲ ਬੀ ਦੇਅਰ। ਮੈਂ 5 ਜੈਨ ਤੋਂ ਮੈਂ ਵੀ ਉੱਥੇ ਚਲੇ ਜਾਣਾ। ਆਇਲਸ ਜ਼ਰੂਰੀ ਹੈ ਜੀ। ਦੇਖੋ ਐਟਲੀਸਟ 6 ਈਚ ਐਕਚੁਅਲੀ, ਹਾਂਜੀ ਘੱਟੋ ਘੱਟ 6 ਈਚ ਹੋਣਾ ਜ਼ਰੂਰੀ ਹੈ। ਨਹੀਂ ਹੋਸਟਲ ਫੈਸਿਲਿਟੀ ਬੱਚਾ ਆਪਣਾ ਆਪਦਾ ਕਰੂਗਾ ਜੀ, ਹੋਸਟਲ ਫੈਸਿਲਿਟੀ ਇਸ ਤਰ੍ਹਾਂ। ਬਟ ਇਹ ਹੈ ਵੀ ਜਦੋਂ ਬੱਚਾ ਸਾਡੇ ਕੋਲੋਂ ਕੋਈ ਆਊਗਾ ਉੱਥੇ ਸਾਡੀ ਇੱਕ ਟੀਮ ਹੋਊਗੀ ਉਹਨੂੰ ਅਸਿਸਟ ਕਰਨ ਵਾਸਤੇ। ਲੋਕਲ ਜਿਹੜੀਆਂ ਬੇਸਿਕ ਨੀਡਸ ਹੁੰਦੀਆਂ, ਸਿਮ ਕਾਰਡ ਲੈਣਾ, ਨੇਬਰਹੁੱਡ ਦੱਸਣਾ ਉਹਨੂੰ, ਨੇਬਰਹੁੱਡ 'ਚ ਕਿਹੜੀਆਂ ਅਵੇਲੇਬਿਲਿਟੀਜ਼ ਹੈ, ਅਤੇ 1-2 ਦਿਨ ਵਾਸਤੇ ਉਹਨਾਂ ਨੂੰ ਪ੍ਰੋਪਰ ਉੱਥੇ ਦੇ ਵਿਲ ਬੀ ਟੇਕਨ ਕੇਅਰ ਪ੍ਰੋਪਰਲੀ। ਦੇਖੋ ਸੋ ਇਹਨਾਂ 'ਚ ਮੈਂ ਤਾਂ ਦੇਖੋ ਸੁਜੈਸਟ ਕਰੂੰਗਾ, ਇੱਕ ਤਾਂ ਬਹੁਤ ਇੰਪੋਰਟੈਂਟ ਕੋਰਸ ਹੈ ਜੀ ਕਮਿਊਨਿਟੀ ਸਰਵਿਸ ਵਰਕਰ। ਅਤੇ ਫਿਰ ਇੱਕ ਆ ਜਾਂਦਾ ਜੀ ਹੌਸਪੀਟੈਲਿਟੀ ਮੈਨੇਜਮੈਂਟ। ਇਹਦੇ 'ਚ ਕੀ ਹੁੰਦਾ, ਹੌਸਪੀਟੈਲਿਟੀ ਮੈਨੇਜਮੈਂਟ ਰਿਗਾਰਡਿੰਗ ਹੋਟਲ ਇੰਡਸਟਰੀ ਹੈ। ਇਹ ਸਾਲ ਦਾ ਕੋਰਸ ਹੈ ਅਤੇ ਸਾਲ ਦੀ ਇੰਟਰਨਸ਼ਿਪ ਹੈ। ਇੰਟਰਨਸ਼ਿਪ ਦੇ ਵਿੱਚ ਜੋ ਤੁਸੀਂ ਕਿਸੇ ਹੋਟਲ ਦੇ ਵਿੱਚ ਕੰਮ ਕਰਦੇ ਹੋ, ਤੁਹਾਡੇ ਬਹੁਤ ਵੱਡੇ ਚਾਂਸਿਸ ਹੁੰਦੇ ਆ ਤੁਹਾਨੂੰ ਹੋਟਲ ਹੀ ਰਿਕਰੂਟ ਕਰ ਲੈਂਦਾ ਉੱਥੇ। ਸੋ ਇਸ ਤਰ੍ਹਾਂ ਦੇ 2-3 ਕੋਰਸਿਸ ਹੈਗੇ ਆ। ਹੌਸਪੀਟੈਲਿਟੀ ਮੈਨ, ਕਮਿਊਨਿਟੀ ਸਰਵਿਸ ਵਰਕਰ ਹੀ ਬਹੁਤ ਅੱਛਾ ਹੈ, ਜਿਹਨਾਂ ਤੁਹਾਨੂੰ ਡਾਇਰੈਕਟ PR ਦੇ ਬਹੁਤ ਚਾਂਸਿਸ ਵੱਧ ਜਾਂਦੇ ਆ।
ਤੁਹਾਨੂੰ ਕੀ ਲੱਗਦਾ ਸਰ ਇੰਡੀਆ ਤੋਂ ਕੈਨੇਡਾ ਲੋਕ ਜਾ ਰਹੇ ਹਨ, ਬਹੁਤ ਸਾਰੇ ਲੋਕ ਜਾ ਰਹੇ ਹਨ, ਇੰਡੀਆ ਨੂੰ ਕੈਨੇਡਾ ਵਰਗਾ ਬਣਾਉਣ ਲਈ ਕੀ ਚਾਹੀਦਾ? ਦੇਖੋ ਮੈਂ ਨਹੀਂ ਕਹਿੰਦਾ ਵੀ, ਮੈਂ ਤਾਂ ਕਹਿੰਦਾ ਵੀ ਇੰਡੀਆ ਦੀ ਜਿਹੜੀਆਂ ਖੂਬੀਆਂ ਜ਼ਬਰਦਸਤ ਹੈ, ਪਰ ਹਾਂ ਨਹੀਂ ਮੈਂ ਦੱਸਦਾ, ਪਰ ਡਿਵੈਲਪਡ ਨੇਸ਼ਨ ਦਾ ਜਾ ਕੇ ਇੱਕ ਹੁੰਦਾ ਵੀ ਉੱਥੋਂ ਦੇ ਸਿਸਟਮ ਨੂੰ ਅਡੋਪਟ ਕਰਕੇ, ਉੱਥੋਂ ਦੀ ਐਜੂਕੇਸ਼ਨ ਸਿਸਟਮ ਹੈ ਜਿਹੜਾ ਹਾਇਰ ਐਜੂਕੇਸ਼ਨ ਸਿਸਟਮ ਹੈ, ਆਪਣੀ ਡਿਗਰੀਜ਼ ਕਰਕੇ ਤੁਸੀਂ ਵਾਪਸ ਬੱਚਾ ਇੱਥੇ ਆ ਕੇ ਆਪਣੀ ਇੰਡੀਆ ਵਿੱਚ ਆ ਕੇ ਉਸ ਨੂੰ ਇੰਪਲੀਫਾਈ ਕਰੇ। ਤਾਂ ਆਉਂਦਾ ਨਹੀਂ ਹੈ। ਨਹੀਂ ਉਹ ਦੇਖੋ ਆਉਂਦੇ ਹੈ, ਐਸੀ ਕੋਈ ਗੱਲ ਨਹੀਂ। ਹਾਂਜੀ ਹਾਂਜੀ ਨਹੀਂ, ਉੱਥੇ ਦੇ ਹਾਲਾਤ ਕਈ ਹੈ, ਲੋਕਾਂ ਨੂੰ ਸਿਸਟਮ ਉੱਥੋਂ ਦਾ ਪਸੰਦ ਆ ਜਾਂਦਾ ਹੈ, ਕਈਆਂ ਨੂੰ ਹੋਰ ਗਰੋਥ ਦੀ ਓਪਰਚੁਨਿਟੀ ਡਿਫਰੈਂਟ ਤਰ੍ਹਾਂ ਦੀਆਂ ਹੈਗੀਆਂ, ਬਟ ਕਾਫੀ ਬੱਚੇ ਜਿਹੜੇ ਹੈਗੇ ਆ ਮੈਂ ਵੇਖਿਆ ਆਉਂਦੇ ਆ, ਵਾਪਸ ਵੀ ਆਉਂਦੇ ਆ, ਬਟ ਉੱਥੋਂ ਦਾ ਹੈ ਹੀ ਹੈ ਥੋੜਾ। ਸਰ ਇੱਕ ਕੁਐਸਚਨ ਆਇਆ ਸੀਗਾ ਥੋੜੇ ਦਿਨ ਪਹਿਲੇ ਬਾਤ ਕਰ ਰਿਹਾ ਸੀ ਕਿ ਪੰਜਾਬ ਤੋਂ IAS IPS ਘੱਟ ਗਏ ਤੇ ਆਈਲੈਟਸ ਵਾਲੇ ਵੱਧ ਗਏ ਲੋਕ। ਹਾਂਜੀ ਹਾਂਜੀ। ਤੇ ਵਾਟ ਇਜ਼ ਯੋਰ ਸੁਜੈਸ਼ਨ ਕਿ ਹੁਣ ਲੋਕ IAS IPS ਨਹੀਂ ਬਣਦੇ, ਆਈਲੈਟਸ ਕਲੀਅਰ ਕਰਕੇ ਉਹ ਜ਼ਰੂਰ ਪੋਸਟ ਕਰਦੇ? ਦੇਖੋ ਮੈਂ ਇਹ ਕਹੂੰਗਾ ਵੀ ਹਰ ਕਿਸੇ ਨੇ, ਤੁਸੀਂ ਕਿ ਇੰਸਟੀਚਿਊਟ ਰਨ ਕਰਦੇ ਹੋ? ਹਾਂਜੀ ਹਾਂਜੀ ਤੁਸੀਂ ਵੀ ਆਈਲੈਟਸ ਲੈ ਕੇ ਆਏ ਹੋ ਮਤਲਬ ਆਈਲੈਟਸ? ਨਹੀਂ ਆਇਲਸ ਤਾਂ ਮੈਂ ਐਸਾ ਇਟਸ ਨਾਟ ਅ ਕੋਚਿੰਗ ਇੰਸਟੀਚਿਊਟ, ਅਸੀਂ ਨਾ ਹੀ ਆਇਲਸ ਸਟਾਰਟ ਕਰਨਾ ਹੈ, ਨਾ ਹੀ ਅਸੀਂ ਕੋਈ ਆਈਲੈਟਸ ਨਹੀਂ ਲੈ ਕੇ, ਮਤਲਬ ਇਨ ਦ ਸੈਂਸ ਕਿ ਪੀਪਲ ਕੈਨ ਕਲੀਅਰ ਇਟ ਐਂਡ ਕਮ। ਹਾਂਜੀ 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 ਹਾਂਜੀ। ਵਾਈ ਨਾਟ ਦੇ ਬਿਕਮ IAS IPS? ਕਿਉਂਕਿ ਪੰਜਾਬ ਚ ਘੱਟ ਗਏ, ਚੰਡੀਗੜ੍ਹ ਚ ਵੀ ਤੁਸੀਂ ਦੇਖੋਗੇ ਨਾ ਟੌਪ ਰੈਂਕਰਸ ਦੇ ਆਰ ਫਰਮ ਆਊਟਸਾਈਡ। ਨਹੀਂ ਉਹਦਾ ਦੇਖੋ ਮੈਂ ਤਾਂ ਜੋ ਜਿੰਨਾ ਹਾਲਾਤ ਮੈਂ ਸਮਝਿਆ ਜੀ, ਕੁਛ ਤਾਂ ਆਪਣੀ ਇੱਕ ਕਮਿਊਨਿਟੀ 'ਚ ਲੋਕਲ ਇਸ਼ੂਜ਼ ਕਈ ਕ੍ਰੀਏਟ ਹੋਏ ਹੋਏ ਆ, ਉਹ ਜਸਟ ਹੈ ਕੁਛ ਨਹੀਂ, ਉਹ ਇੱਕ ਬਣ ਜਾਂਦਾ ਵੀ ਹਾਂਜੀ ਐਂ ਹੋ ਗਿਆ ਥੋੜ੍ਹੀ ਚਲੋ ਬਾਹਰ ਚਲੋ, ਉਹ ਵੀ ਸਿਸਟਮ ਥੋੜ੍ਹਾ ਹੈਗਾ ਹੀ ਹੈ। ਬਟ ਜੇ ਤੁਹਾਨੂੰ ਰਾਈਟ ਗਾਈਡੈਂਸ ਕਾਲਜ ਦਾ ਡਾਇਰੈਕਟ ਰਿਪਰੈਜ਼ੈਂਟੇਟਿਵ ਵਿੱਚੋਂ ਜਿਹੜਾ ਫਰਾਡ ਨਹੀਂ ਹੋਏਗਾ, ਹਾਂ ਉਹ 'ਚ ਡਾਇਰੈਕਟ ਥੋੜ੍ਹੀ ਇੰਟਰੈਕਸ਼ਨ ਹੋ ਜਾਂਦੀ ਤਾਂ ਉਹਦਾ ਕੋਈ ਫਾਇਦਾ। ਬਿਲਕੁਲ ਜੀ। ਤੁਹਾਡਾ ਇੰਸਟੀਟਿਊਸ਼ਨ ਜਿਹੜਾ ਉੱਥੇ ਹੈ ਸਰ ਕੈਨੇਡਾ ਦਾ ਕੈਂਪਸ ਪ੍ਰੀਮਿਸਿਸ ਕਿੱਦਾਂ ਹੈ? ਇਟਸ ਅ 3000 ਸਕੁਅਰ ਫੁੱਟ ਏਰੀਆ ਤੇ ਇਟਸ ਅ ਫੁਲੀ ਇਕਵਿਪਡ ਵਿਦ ਵਾਈਫਾਈ ਐਂਡ ਗ੍ਰੀਨ ਐਂਡ ਲਸ਼ ਕੈਂਪਸ। ਉਹ ਵੀ ਮੈਂ ਤੁਹਾਨੂੰ ਫੋਟੋ ਵੀ ਦਿਖਾਊਂਗਾ, ਵੀ ਲਾਂਚਿੰਗ ਦਿਸ, ਹੁਣੇ ਆਪਾਂ ਲਾਂਚ ਕਰਾਂਗੇ, ਦਿਸ ਇਜ਼ ਦ ਕੈਂਪਸ ਓਵਰ ਦੇਅਰ। ਤੇ ਆਪਾਂ ਇਹਨੂੰ ਐਟ ਦੀ ਐਂਡ ਆਪਾਂ ਅਸੀਂ ਸਾਰੀ ਫੈਮਿਲੀ ਖੜ੍ਹ ਕੇ ਇਹਨੂੰ ਲਾਂਚ ਵੀ ਕਰਦੇ ਹਾਂ। Sir, how many courses are you launching on one go actually? ਟੋਟਲ 13 ਕੋਰਸਿਸ ਇਨ ਵਨ ਗੋ ਜੀ। ਸਾਰੇ? ਹਾਂਜੀ ਉਹ ਵੀ ਮੈਂ ਤੁਹਾਡੇ ਕੋਲੇ ਹੋਣਾ ਹੀ ਇਨਫੋਰਮੇਸ਼ਨ ਸਾਰਿਆਂ ਕੋਲੇ ਇਸ ਤਰ੍ਹਾਂ ਦੇ ਵੀ ਡਿਊਰੇਸ਼ਨ ਦੇ ਕੋਰਸਿਸ ਮੈਂ ਹਰ ਤੁਹਾਡੇ ਫੋਲਡਰ ਦੇ ਵਿੱਚ ਹੋਣੀ ਹੈ ਜੀ। ਪ੍ਰਾਈਵੇਟ ਤੁਹਾਡੀ ਬੈਲਟ ਹੈ ਇੰਡੀਆ ਦੀ, ਉਸ ਬੈਲਟ ਤੇ ਤੁਸੀਂ ਹੋਰ ਇੰਸਟੀਟਿਊਸ਼ਨਸ ਨੂੰ ਦੋਗੇ ਰਾਈਟ ਦੀ ਤੁਹਾਡੀ? ਨਹੀਂ, ਇਹ ਡਾਇਰੈਕਟ ਵੀ ਵਿਲ ਬੀ, ਸਾਡੀ ਆਪ ਦੀ ਟੀਮ ਹੀ ਦੇਸ਼ ਯੂਨੀਵਰਸਿਟੀ ਵੀ ਬੈਠੂਗੀ ਤੇ ਦੇ ਵਿਲ ਬੀ ਟੇਕਿੰਗ ਯੂਅਰ ਐਡਮਿਸ਼ਨ, ਆਈ ਵਿਲ ਬੀ ਦੇਅਰ, ਐਂਡ ਇੱਥੇ ਸਾਡਾ ਕਾਰਪੋਰੇਟ ਆਫਿਸ ਜਿਹੜਾ 34 'ਚ ਬਣ ਰਿਹਾ, ਇੱਥੋਂ ਐਪਲੀਕੇਸ਼ਨ ਮੂਵ ਹੋਊਗੀ ਉੱਥੇ ਜੀ। ਨਹੀਂ ਦੇਖੋ, ਵੀ ਵਿਲ ਬੀ ਜਸਟ ਅਸਿਸਟਿੰਗ ਦਾ ਕੈਂਡੀਡੇਟ ਟੂ ਪ੍ਰਪੇਅਰ ਦੇ ਡਾਕੂਮੈਂਟਸ, ਜਿਹੜੀਆਂ ਵਾਟ ਯੂ ਕਾਲ LOR ਐਂਡ ਆਲ ਦੈਟ ਥਿੰਗਸ, ਉਹ ਅਸੀਂ ਉਹਨੂੰ ਅਸਿਸਟ ਕਰਾਂਗੇ। ਬਾਕੀ ਤਾਂ ਦੇਖੋ ਨੋਰਮਸ ਪੂਰੇ ਕਰਨੇ ਆ, ਉਹਨੇ IELTS ਦੇਣਾ ਹੈ, ਡਾਕੂਮੈਂਟਸ ਪੂਰੇ ਕਰਨੇ ਆ ਤੇ ਬਸ ਹੀ ਨਹੀਂ ਕਰਨਾ ਸਰ। ਫੈਸ਼ਨ ਇੰਡਸਟਰੀ ਲਈ ਕੀ ਹੈ ਕੋਰਸ? ਫੈਸ਼ਨ ਵਾਸਤੇ ਨੋ, ਹਸਪਿਟੈਲਿਟੀ ਹੈਗੀ, ਫੈਸ਼ਨ ਨਹੀਂ ਹੈ ਜੀ। ਇੰਟੀਰੀਅਰ ਡਿਜ਼ਾਈਨ ਨਹੀਂ ਜੀ, nothing regarding to main hospitality, healthcare, IT, business management. What is the least course a person can apply and move, or ਉਸ ਤੋਂ ਬਾਅਦ after staying in that? ਦੇਖੋ ਇਸ 'ਚ ਇਹ ਸਾਰੇ ਪੋਸਟ ਗ੍ਰੈਜੂਏਟ ਡਿਪਲੋਮਾ ਸੀ ਹੈ ਜੀ। ਹਾਂਜੀ, ਡਿਪਲੋਮਾ ਐਂਡ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸਿਸ ਹੀ ਹੈ ਸਾਰੇ। ਸਟੇ ਸਰ ਆਫਟਰ ਸਟੇ ਨਹੀਂ, ਇਹ ਤਾਂ ਆਫਟਰ ਸਟੇ ਤਾਂ ਬੱਚੇ ਨੇ ਉੱਥੇ ਜਦੋਂ ਨਹੀਂ ਹਰ ਕੋਰਸ ਦਾ ਇੱਕ ਅਪੈਂਡ ਹੁੰਦਾ ਸਰ ਕੈਨੇਡਾ ਦੇ ਵਿੱਚ ਵੀ 1 year ਕੋਰਸ ਕੀਤਾ ਤਾਂ 1 year ਸਟੇ ਹੈ। ਨਹੀਂ, ਇਹਦੇ ਵਿੱਚ ਹੈ ਨਹੀਂ ਜੀ। ਇਟਸ ਕਿ ਪ੍ਰਾਈਵੇਟ ਕੈਰੀ ਕਾਲਜ ਕੋਈ ਵੀ ਕਹਿੰਦਾ ਹੈ ਵੀ ਅਸੀਂ ਆਫਟਰ ਸਟੇ ਸਾਡੇ ਕੋਲ ਅਸੀਂ ਹੈਗਾ, ਉਹ ਫਰਾਡ ਹੈ। ਉਹਦੀ ਕੋਈ ਵੀ ਪ੍ਰਾਈਵੇਟ ਕਾਲਜ ਦਾ ਵਰਕ ਪਰਮਿਟ ਨਹੀਂ ਹੁੰਦਾ। ਉਸ ਤੋਂ ਬਾਅਦ ਉਹਦਾ ਇਹੀ ਹੁੰਦਾ ਵੀ ਇਹ ਜਿਹੜੇ ਕੋਰਸਿਸ ਹੈ ਇਹ ਸਕਿੱਲ ਬੇਸਡ ਕੋਰਸਿਸ ਹੈ। ਇਹ ਇਨ ਹਾਊਸ ਜਿਹੜੇ ਬੱਚੇ ਉੱਥੇ ਵੀ ਗਏ ਹੋਏ ਆ ਨਾ, ਕਈ ਜਿਹੜੇ ਪਬਲਿਕ ਕਾਲਜ ਪੜ੍ਹਦੇ ਉਹਨਾਂ ਨੂੰ ਵੀ ਇਹ ਕੋਰਸ ਕਰਨੇ ਪੈ ਜਾਂਦੇ ਆ, ਕਿਉਂਕਿ ਕੁਛ ਇਮੀਗ੍ਰੇਸ਼ਨ ਦੀਆਂ ਸਟਰੀਮਸ ਇਹੋ ਜਿਹੀਆਂ ਐਕਸਪ੍ਰੈਸ ਐਂਟਰੀ ਥਰੂ ਉਹਨਾਂ ਵਾਸਤੇ ਪੁਆਇੰਟ ਚਾਹੀਦੇ ਹੁੰਦੇ ਉਹਨਾਂ ਨੂੰ। ਸਾਲ ਦੇ ਕੋਰਸ ਹੈਗੇ, ਉਹਨਾਂ ਨੂੰ ਪੁਆਇੰਟਸ ਬਹੁਤ ਐਡ ਹੋ ਜਾਂਦੇ ਆ। ਦੇਖੋ, ਆਈ ਵਿਲ ਸੇ 40% ਆਫ ਦੀ ਕੈਨੇਡਾ's ਇਕੋਨਮੀ ਮੂਵਸ ਫਰੋਮ GTA, ਗ੍ਰੇਟਰ ਟੋਰਾਂਟੋ ਏਰੀਆ। ਸਾਰਾ ਬਿਜ਼ਨਸ, ਐਜੂਕੇਸ਼ਨ, ਸਟਾਕ ਮਾਰਕੀਟ ਸਾਰੀ ਇਹ ਟੋਰਾਂਟੋ ਤੋਂ ਮੂਵ ਹੁੰਦੀ ਹੈ ਜੀ। ਸੋ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੈ, ਲੌਜਿਸਟਿਕਸ ਬਹੁਤ ਜ਼ਿਆਦਾ ਹੈ। ਬੀਇੰਗ ਨੈਕਸਟ ਟੂ ਜਿਹੜੇ ਨਹੀਂ ਛੋਟਾ ਤਾਂ ਨਹੀਂ, ਬਿਗ ਟਾਊਨ ਟੋਰਾਂਟੋ, ਬਟ ਇਹਦਾ ਨਾ ਜਿਹੜੀ US ਦੇ ਜਿਹੜੇ ਵੱਡੇ ਟਾਊਨ ਹੈ, ਸ਼ਿਕਾਗੋ, ਨਿਊਯਾਰਕ, ਡੈਟਰੋਇਟ, ਮਿਸ਼ੀਗਨ, ਜਿੱਥੇ ਇੰਡਸਟਰੀ ਹੈ, ਉੱਥੋਂ ਇਹ ਸਾਰੇ ਘੰਟੇ ਦੀ ਫਲਾਈਟ ਹੈ। ਉਹਦੇ ਕਰਕੇ ਇਸ ਦੀ ਇਕੋਨਮੀ ਬੜੀ ਬੂਮਿੰਗ ਹੈ ਇਸ ਪਾਸੇ। ਵੈਨਕੂਵਰ ਇਜ਼ ਅ ਲਿਟਲ ਟੂਰਿਸਟੀ ਪਲੇਸ, ਥੋੜ੍ਹਾ ਟੂਰਿਸਟੀ ਆ, ਮਾਊਂਟੇਨਸ ਆ, ਹਿਲਸ ਆ, ਬੰਦਾ ਘੁੰਮਣ, ਹਸਪੀਟੈਲਿਟੀ ਇੰਡਸਟਰੀ ਹੈਗੀ ਉੱਥੇ ਜਾਂ ਮੇਡ ਬਿਜ਼ਨਸ ਸਾਰਾ ਉਹ ਸਾਰਾ GTA 'ਚ ਹੀ। ਇਟਸ ਅ ਮਿਨਿਸਟਰੀ ਜੀ, ਇਸ ਮਿਨਿਸਟਰੀ ਆਫ ਐਜੂਕੇਸ਼ਨ ਓਨਟਾਰੀਓ।
ਉਹਨਾਂ ਦਾ ਕਰਿਕੂਲਮ ਹੋਊਗਾ ਜੀ, ਉਹਨਾਂ ਦੇ ਕਰਿਕੂਲਮ ਦੇ ਅਕੋਰਡਿੰਗਲੀ ਐਗਜ਼ਾਮ ਹੋਣਾ ਹੈ। ਤੇ ਉਹਨਾਂ ਨੇ ਐਗਜ਼ਾਮ ਲੈਣਾ ਹੈ, ਉਹਨੂੰ ਸਰਟੀਫਿਕੇਟ ਦੇਣਾ। ਹਾਂਜੀ ਹਾਂਜੀ, ਇਟ ਵਿਲ ਬੀ ਸਰਟੀਫਾਈਡ ਬਾਈ ਦੀ ਕੈਰੀਅਰ ਕਾਲਜਿਸ ਔਰ ਕਾਲਜਿਸ ਦੀ ਕੋਈ ਬਣੀ ਹੈ ਉੱਥੇ ਬੋਡੀ, ਉਹ ਮਿਨਿਸਟਰੀ ਉਹਨੂੰ ਰਿਕਮੈਂਡ ਕਰਦੀ ਹੈ, ਉੱਥੋਂ ਇਹ ਸਰਟੀਫਿਕੇਟ ਇਸ਼ੂ ਹੁੰਦਾ ਜੀ। ਹਾਂਜੀ ਹਾਂਜੀ ਹਾਂਜੀ। ਤੁਹਾਡੇ ਮੈਡੀਕਲ ਲਾਈਨ ਦੇ ਵਿੱਚ ਤੁਹਾਡਾ ਹੁਣ ਅੱਗੇ ਪ੍ਰੋਗਰੈਸ਼ਨ ਦਾ ਕੁਝ ਦੇਖੋ ਮੈਡੀਕਲ ਲਾਈਨ ਵਿੱਚ ਵੀ ਹੈਵ ਆਲਰੇਡੀ ਸਟਾਰਟਡ ਦਾ ਪੀਜੀ ਕੋਰਸਿਸ। ਪੀਜੀ ਦੀਆਂ ਆਪਣੇ ਕੋਲੇ 58 ਸੀਟਾਂ ਸਾਡੇ ਕੋਲੇ ਪੀਜੀ ਕੋਰਸਿਸ ਆ ਚੁੱਕੇ ਆ, 5 ਬੈਚ ਹੋ ਗਏ, ਪੀਜੀ ਆ ਗਈ। ਅੱਛਾ ਹਾਂ, ਮੈਡੀਕਲ ਕੋਰਸਿਸ ਦੇਖੋ PSW ਕੋਰਸ ਹੈ ਜੀ, ਬਹੁਤ ਇੰਪੋਰਟੈਂਟ ਪਰਸਨਲ ਸਪੋਰਟ ਵਰਕਰ, ਵਨ ਆਫ ਦਾ ਅੱਜ ਦੀ ਡੇਟ 'ਚ ਉਦੋਂ ਵੱਡਾ ਕੋਰਸ ਹੈ ਨਹੀਂ ਜਿਹਨੇ ਡਾਇਰੈਕਟ PR ਲੈਣੀ ਹੈ ਕੈਨੇਡਾ ਦੇ ਵਿੱਚ। ਕੋਵਿਡ ਦੇ ਟਾਈਮ ਦੇ ਹੈ ਰਿਅਲਾਈਜ਼ਡ ਵੀ ਉੱਥੇ ਇੰਨੀ ਮੈਨ ਪਾਵਰ ਦੀ ਕਮੀ ਸੀ, ਸੋ PSW ਬਹੁਤ ਇੰਪੋਰਟੈਂਟ ਕੋਰਸ ਹੈ। ਫਿਰ ਆ ਜਾਂਦਾ ਅਰਲੀ ਚਾਈਲਡਹੁੱਡ ਡਿਪਲੋਮਾ, ਇੱਕ ਇਹ ਵੀ ਡਿਵੈਲਪਮੈਂਟਲ ਸਰਵਿਸ ਹਾਂ ਅਰਲੀ ਚਾਈਲਡਹੁੱਡ ਅਸਿਸਟੈਂਟ ਡਿਪਲੋਮਾ ਐਂਡ ਡਿਵੈਲਪਮੈਂਟਲ ਸਰਵਿਸ ਵਰਕਰ। ਨਰਸਿੰਗ ਐਂਡ ਉਹ ਤਾਂ ਦੇਖੋ PSW ਇਜ਼ ਰਿਲੇਟਡ ਟੂ ਨਰਸਿੰਗ, ਜਿਹਨੇ ਇੱਥੋਂ ਨਰਸਿੰਗ ਕੀਤੀ ਆ ਉਹਨੂੰ ਹਮੇਸ਼ਾ PSW ਵਿੱਚ ਨਾਲ ਦੀ ਨਾਲ ਹੀ ਜੋਬ ਮਿਲਦੀ ਹੈ, ਕਿਉਂਕਿ ਇਸ ਦਾ ਰਿਗਾਰਡਿੰਗ ਉਹੀ ਹੈ ਸਾਰਾ। Student from nursing college applying. ਸੋ ਨਾਓ ਆਈ ਵਿਲ ਰਿਕੁਐਸਟ ਸਾਰਿਆਂ ਨੂੰ ਵੀ ਆਪਾਂ ਇੱਕ ਲਾਂਚ ਕਰ ਦਈਏ ਇਸ ਨੂੰ। ਸਰ ਤੁਸੀਂ ਥੋੜਾ ਜਿਹਾ ਦਰਸ਼ਕਾਂ ਨੂੰ ਬਤਾ ਦਿਓ ਕਿੱਥੇ ਅਪਲਾਈ ਕਰ ਸਕਦਾ ਸਾਡਾ ਕੋਈ ਜਿਹੜਾ ਵਿਜ਼ਟਰ ਹੈ। ਸੋ ਇੱਥੇ ਆਪਾਂ ਜਿਹੜਾ ਪੁਆਇੰਟਸ ਇੱਥੇ ਲਿਖਿਆ, ਜਿਹੜਾ ਚੰਡੀਗੜ੍ਹ ਆਫਿਸ ਦਾ ਐਡਰੈਸ ਹੈ SCO 8586 ਗਰਾਊਂਡ ਫਲੋਰ ਸੈਕਟਰ 34A, ਤੇ ਬਾਕੀ ਅੰਬਾਲੇ ਦਾ ਆਦੇਸ਼ ਅੰਬਾਲਾ ਕੈਂਪਸ ਇਨ ਹਾਊਸ ਹੈ ਉੱਥੇ, ਆਦੇਸ਼ ਯੂਨੀਵਰਸਿਟੀ ਬਠਿੰਡਾ, ਆਦੇਸ਼ ਨਰਸਿੰਗ ਕਾਲਜ ਮੁਕਤਸਰ ਤੇ ਆਦੇਸ਼ ਇੰਜੀਨੀਅਰਿੰਗ ਕਾਲਜ ਫਰੀਦਕੋਟ, ਇਹ ਆਫਿਸਿਸ ਇੱਕ ਵਾਰੀ ਆਪਣੇ ਆਪਰੇਟ ਹੋਏ। ਹਾਂਜੀ, ਲੋਕੇਸ਼ਨ ਆਫ ਅੰਬਾਲਾ ਇਸ ਆਪਾਂ ਜਦੋਂ ਨੈਕਸਟ ਟੂ ਅੰਬਾਲੇ ਤੋਂ 8 ਕਿਲੋਮੀਟਰ ਅੱਗੇ ਮੋੜੀ ਪਿੰਡ ਆਉਂਦਾ ਜੀ, ਮੋੜੀ ਇਟਸ ਔਨ ਹਾਈਵੇ, ਇਟਸ ਅ ਡੈਜ਼ਿਗਨੇਟਡ ਟਰਾਮਾ ਸੈਂਟਰ, ਤੇ ਹਾਈਵੇ ਦੇ ਉੱਪਰ ਹੀ ਆਦੇਸ਼ ਮੈਡੀਕਲ ਕਾਲਜ ਐਂਡ ਹਸਪੀਟਲ।